हाँ जी स्टूडेंट्स, ਅੱਜ ਅਸੀਂ ਆਪਣੀ +1 ਕਲਾਸ ਇੰਗਲਿਸ਼ ਇਲੈਕਟਿਵ ਦਾ 8ਵਾਂ ਐਸੇ ਆ ਮਾਡਰਨ ਮਿਰੈਕਲ ਉਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਸਟੂਡੈਂਟਸ, ਇਸ ਚੈਪਟਰ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੇ ਐਂਡ ਦੇ ਵਿੱਚ ਦਿੱਤੀਆਂ ਹੋਈਆਂ ਦੋ ਐਕਸਰਸਾਈਜ਼ਸ ਕਵਰ ਕੀਤੀਆਂ ਨੇ, ਜਿਸ ਵਿੱਚੋਂ ਪਹਿਲੀ ਐਕਸਰਸਾਈਜ਼ ਹੈ ਨੰਬਰ 3, ਜਿਸ ਦੇ ਵਿੱਚ ਪੈਰ ਆਫ ਕੰਜੰਕਸ਼ਨਸ ਮੋਰ ਦੈਨ ਨੂੰ ਯੂਜ਼ ਕਰਕੇ ਆਪਾਂ ਨੇ ਸੈਂਟੈਂਸਿਸ ਫਰੇਮ ਕੀਤੇ ਸੀ ਕਿ ਉਹਨਾਂ ਨੂੰ ਆਪਾਂ ਮੋਰ ਦੈਨ ਦੇ ਨਾਲ ਕਿਸ ਤਰੀਕੇ ਦੇ ਨਾਲ ਆਪਾਂ ਕੰਪੈਰੀਜ਼ਨ ਵਾਲੇ ਸੈਂਟੈਂਸਿਸ ਦੇ ਵਿੱਚ ਯੂਜ਼ ਕਰਨਾ ਹੈ। ਇਸੇ ਵੀਡੀਓ ਦੇ ਵਿੱਚ ਦੂਸਰੀ ਐਕਸਰਸਾਈਜ਼ ਦੇ ਵਿੱਚ ਮੈਂ ਇਸ ਚੈਪਟਰ ਦੀ 4th ਐਕਸਰਸਾਈਜ਼ ਨੂੰ ਡਿਸਕਸ ਕੀਤਾ ਹੈ, ਜਿਸ ਦੇ ਵਿੱਚ ਆਪਾਂ ਇੱਕ ਫਰੇਜ਼ ਸਿੱਖਿਆ ਸੀ ਕਿ ਹੈਵ ਗॉट ਟੂ ਤੇ ਹੈਜ਼ ਗॉट ਟੂ ਨੂੰ ਅਸੀਂ ਸੈਂਟੈਂਸਿਸ ਦੇ ਵਿੱਚ ਕਿਵੇਂ ਯੂਜ਼ ਕਰਨਾ ਹੈ ਤੇ ਇਸ ਦਾ ਕੀ ਮਤਲਬ ਹੈ। ਉਮੀਦ ਹੈ ਬੱਚਿਓ ਕਿ ਤੁਸੀਂ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖਿਆ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਤੁਹਾਨੂੰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਇਸੇ ਚੈਪਟਰ ਦੀ ਸੀਰੀਜ਼ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਇਸੇ ਚੈਪਟਰ ਦੇ ਐਂਡ ਦੇ ਵਿੱਚ ਦਿੱਤੀਆਂ ਹੋਈਆਂ ਦੋ ਹੋਰ ਐਕਸਰਸਾਈਜ਼ਸ ਨੂੰ ਡਿਸਕਸ ਕੀਤਾ ਹੈ, ਜਿਸ ਦੇ ਵਿੱਚੋਂ ਪਹਿਲੀ ਐਕਸਰਸਾਈਜ਼ ਹੈ ਜੀ ਨੰਬਰ 5, ਜਿਸ ਦੇ ਵਿੱਚ ਅਸੀਂ ਨਾਊਨ ਵਰਬ ਦਾ ਕਨਸੈਪਟ ਪੜ੍ਹਿਆ ਸੀ। ਸਾਡੇ ਕੋਲੇ ਕੁਝ ਵਰਡਸ ਫਿਲ ਇਨ ਦੀ ਬਲੈਂਕਸ ਦੇ ਵਿੱਚ ਦਿੱਤੇ ਹੋਏ ਸੀ ਜੋ ਕਿ ਵਰਬਸ ਦੀ ਸ਼ੇਪ ਵਿੱਚ ਸੀ, ਪਰੰਤੂ ਅਸੀਂ ਉਹਨਾਂ ਦੇ ਨਾਊਨ ਫਰੇਮ ਕਰਕੇ ਫਿਲ ਇਨ ਦਾ ਬਲੈਂਕਸ ਵਿੱਚ ਭਰਨੇ ਸੀ। ਇਸੇ ਤਰ੍ਹਾਂ ਇਸੇ ਵੀਡੀਓ ਦੇ ਵਿੱਚ ਇੱਕ ਹੋਰ ਐਕਸਰਸਾਈਜ਼ ਜੋ ਕਿ ਚੈਪਟਰ ਦੇ ਵਿੱਚ ਨੰਬਰ 6 ਵਾਲੀ ਪੋਜੀਸ਼ਨ ਤੇ ਹੈ, ਤਾਂ ਮੈਂ ਉਸ ਐਕਸਰਸਾਈਜ਼ ਨੂੰ ਡਿਸਕਸ ਕੀਤਾ ਹੈ। ਤਾਂ ਇਹ ਐਕਸਰਸਾਈਜ਼ ਇੱਕ ਵੋਕੈਬਲਰੀ ਬਿਲਡਿੰਗ ਦੀ ਐਕਸਰਸਾਈਜ਼ ਸੀ ਬੱਚਿਓ, ਜਿਸ ਦੇ ਵਿੱਚ ਸਾਡੇ ਕੋਲੇ ਦੋ ਕਾਲਮ ਸੀ, ਜਿਸ ਦੇ ਵਿੱਚ ਸਾਨੂੰ ਕੁਝ ਵਰਡਸ ਦਿੱਤੇ ਹੋਏ ਸੀ ਜੋ ਕਿ ਚੈਪਟਰ ਦੇ ਵਿੱਚੋਂ ਹੀ ਆਏ ਸੀ, ਅਤੇ ਕਾਲਮ B ਦੇ ਵਿੱਚ ਉਹਨਾਂ ਵਰਡਸ ਦੀ ਐਕਸਪਲੇਨੇਸ਼ਨ ਸੀ। ਅਸੀਂ ਦੋਨਾਂ ਨੂੰ ਮੈਚ ਕੀਤਾ ਸੀ। ਉਮੀਦ ਹੈ ਕਿ ਤੁਸੀਂ ਇਹ ਵਾਲੀ ਵੀਡੀਓ ਵੀ ਜ਼ਰੂਰ ਦੇਖੀ ਹੋਏਗੀ। ਜੇਕਰ ਇਹ ਵੀਡੀਓ ਤੁਹਾਡੀ ਮਿਸ ਹੋਈ ਹੈ ਤਾਂ ਤੁਹਾਨੂੰ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਸਟੂਡੈਂਟਸ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਮੈਂ ਕਲਾਸ +1 ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹਨ, ਜਿਸ ਦੇ ਵਿੱਚ ਖਾਸ ਤੌਰ ਤੇ ਪਹਿਲੀ ਤੇ ਦੂਸਰੀ ਤਿਮਾਹੀ ਦੇ ਸਾਰੇ ਚੈਪਟਰਸ, ਉਹਨਾਂ ਦੀ ਐਕਸਪਲੇਨੇਸ਼ਨ, ਉਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ ਅਤੇ ਉਹਨਾਂ ਦੇ ਚੈਪਟਰਸ ਦੇ ਐਂਡ ਦੇ ਵਿੱਚ ਦਿੱਤੀਆਂ ਹੋਈਆਂ ਸਾਰੀ ਐਕਸਰਸਾਈਜ਼ਸ ਵਿਦ ਸੋਲੂਸ਼ਨ ਮੈਂ ਡਿਸਕਸ ਕੀਤੇ ਨੇ। ਤਾਂ ਜੇਕਰ ਇਹਨਾਂ ਦੇ ਵਿੱਚੋਂ ਕੋਈ ਤੁਹਾਡੇ ਵੀਡੀਓਜ਼ ਮਿਸ ਹੋਏ ਹਨ ਤਾਂ ਮੈਂ ਕਲਾਸ +1 ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਚੈਪਟਰ ਦਾ ਨਾਮ ਹੈ ਜੀ ਆ ਮਾਡਰਨ ਮਿਰੈਕਲ। ਮਾਡਰਨ ਦਾ ਮਤਲਬ ਹੁੰਦਾ ਹੈ ਆਧੁਨਿਕ, ਜੋ ਅੱਜ ਕੱਲ ਦਾ। ਮਿਰੈਕਲ ਦਾ ਮਤਲਬ ਕ੍ਰਿਸ਼ਮਾ। ਨਾ ਹੁਣ ਇਹ ਮਾਡਰਨ ਮਿਰੈਕਲ ਕਿਹਨੂੰ ਕਿਹਾ ਗਿਆ? ਵੀ ਕੋਈ ਐਸੀ ਚੀਜ਼ ਹੈ ਵੀ ਜਿਹੜੀ ਕਿ ਆਮ ਤੌਰ ਤੇ ਸਾਨੂੰ ਨਹੀਂ ਦਿਖਦੀ। ਕੋਈ ਐਸੀ ਚੀਜ਼ ਹੋਈ ਹੈ ਰਾਈਟਰ ਦੇ ਨਾਲ ਜਿਸ ਨੇ ਇਸ ਨੂੰ ਲਿਖਿਆ ਹੈ। ਕਿਹਾ ਕਿਹਨੂੰ ਗਿਆ ਉਹ ਆਪਾਂ ਚੈਪਟਰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗੇਗਾ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਕੋਲੇ ਕਾਫੀ ਸਾਰੀ ਵੋਕੈਬਲਰੀ ਹੈ, ਗਲੋਸਰੀ ਜਿਸ ਨੂੰ ਤੁਸੀਂ ਕਹਿ ਦਿੰਦੇ ਹੋ। ਦੇਰ ਆਰ ਸੋ ਮੈਨੀ ਵਰਡਸ, 4 ਕਾਲਮਸ 'ਚ ਇਹ ਵਰਡਸ, ਫਸਟ, ਸੈਕਿੰਡ, ਥਰਡ ਐਂਡ ਫੋਰਥ, ਤੇ ਆਲਮੋਸਟ ਮੈਨੂੰ ਲੱਗਦਾ ਹਰ ਕਾਲਮ ਦੇ ਵਿੱਚ 20 ਵਰਡਸ ਹੈਗੇ ਹੈ। ਤਾਂ ਅਰਾਊਂਡ ਅਬਾਊਟ 50-60 ਵਰਡਸ ਦੀ ਗਲੋਸਰੀ ਹੈ ਜੋ ਇਸ ਚੈਪਟਰ ਦੇ ਵਿੱਚ ਤੁਹਾਨੂੰ ਆਏਗੀ। ਕਈਆਂ ਦੇ ਇਹਨਾਂ ਦੇ ਮੀਨਿੰਗ ਤੁਹਾਨੂੰ ਸ਼ਾਇਦ ਪਤਾ ਹੋ ਸਕਦੇ ਨੇ, ਪਰ ਕਈਆਂ ਦੇ ਨਹੀਂ ਵੀ ਪਤਾ ਹੋ ਸਕਦੇ। ਤਾਂ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਪੈਨਸਲ ਦੇ ਨਾਲ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਾਂ ਤੁਸੀਂ ਨਾਲ ਦੀ ਨਾਲ ਨੋਟ ਕਰੋ। ਤਾਂ ਸਟਾਰਟ ਕਰਦੇ ਹਾਂ ਜੀ ਕਿ ਦੇयर ਆਰ ਇਨ ਆਵਰ ਕੰਟਰੀ as in other countries of the world thousands of handicapped persons such as those who are blind or deaf and dumb। ਕਹਿੰਦੇ ਜਿਵੇਂ ਸਾਡਾ ਦੇਸ਼ ਹੈ, ਆਵਰ ਕੰਟਰੀ
ਸਾਡਾ ਦੇਸ਼ ਹੈ ਅਤੇ ਇਸੇ ਤਰ੍ਹਾਂ ਬਾਕੀ ਸੰਸਾਰ ਦੇ ਦੇਸ਼ਾਂ ਦੇ ਵਿੱਚ ਹਜ਼ਾਰਾਂ ਹੀ ਹੈਂਡੀਕੈਪ ਪਰਸਨਸ ਹੈ। ਨਾ ਹੈਂਡੀਕੈਪ ਦਾ ਮਤਲਬ ਕੀ ਹੁੰਦਾ ਹੈ ਜੀ? ਅਪਾਹਿਜ। ਹਜ਼ਾਰਾਂ ਹੀ ਲੋਕ ਨੇ ਜਿਹੜੇ ਕਿ ਅਪਾਹਿਜ ਨੇ। ਹੁਣ ਇਹ ਕਿਸ ਤਰ੍ਹਾਂ ਦੇ ਅਪਾਹਿਜ ਨੇ? ਦੇਖੋ, ਬਲਾਈਂਡ ਨੇ, ਉਹ ਡੈਫ ਨੇ। ਬਲਾਈਂਡ ਦਾ ਮਤਲਬ ਅੰਨੇ, ਡੈਫ ਦਾ ਮਤਲਬ ਬੋਲੇ ਤੇ ਡਮ ਦਾ ਮਤਲਬ ਗੂੰਗੇ। ਤਾਂ ਕਿੰਨੇ ਲੋਕ ਨੇ ਜੀ ਜਿਹੜੇ ਬਲਾਈਂਡ ਨੇ, ਡੈਫ ਨੇ ਜਾਂ ਡਮ ਨੇ? ਤੇ ਸਿਰਫ ਸਾਡੇ ਦੇਸ਼ 'ਚ ਹੀ ਨਹੀਂ, ਹਜ਼ਾਰਾਂ ਦੀ ਤਾਦਾਦ 'ਚ ਇਹ ਬਾਕੀ ਦੁਨੀਆ ਦੇ ਦੇਸ਼ਾਂ 'ਚ ਵੀ ਹੈਗੇ ਨੇ, ਮਿਲਦੇ ਨੇ। In some cases, these persons may have been born blind or deaf. ਕੁਝ ਕੇਸਾਂ ਦੇ ਵਿੱਚ, ਕੁਝ ਹਾਲਾਤਾਂ ਦੇ ਵਿੱਚ ਇਹ ਜਿਹੜੇ ਪਰਸਨਸ ਨੇ, ਨਾਓ these persons ਕਿਹਨੂੰ ਕਿਹਾ ਗਿਆ ਹੈ? ਹੈਂਡੀਕੈਪ ਪਰਸਨਸ ਨੂੰ। ਇਹ ਜਿਹੜੇ ਪਰਸਨਸ ਨੇ, ਇਹ ਜਿਹੜੇ ਇਨਸਾਨ ਨੇ, ਇਹ ਜਨਮ ਤੋਂ ਬਲਾਈਂਡ ਹੋ ਸਕਦੇ ਨੇ। ਬੀਨ ਬੌਰਨ ਬਲਾਈਂਡ ਦਾ ਮਤਲਬ ਕੀ ਹੁੰਦਾ ਜੀ? ਜਨਮ ਤੋਂ ਹੀ ਅੰਨੇ। ਜਾਂ ਬੌਰਨ ਡੈਫ ਦਾ ਮਤਲਬ ਜਨਮ ਤੋਂ ਹੀ ਬੋਲੇ। ਕਿ ਇਹ ਜਿਹੜੀ ਇਹ ਪ੍ਰੋਬਲਮ ਹੈ ਇਹਨਾਂ ਇਨਸਾਨਾਂ ਦੀ, ਇਹ ਜਨਮ ਤੋਂ ਹੀ ਹੋ ਸਕਦੀ ਹੈ। ਉਹ ਬੌਰਨ ਬਲਾਈਂਡ ਜਾਂ ਬੌਰਨ ਡੰਬ ਹੋ ਸਕਦੇ ਨੇ। ਵਾਈਲ ਇਨ ਅਦਰ, ਪਰ ਕੁਝ ਕੇਸਾਂ ਦੇ ਵਿੱਚ, ਕੁਝ ਕੇਸਾਂ 'ਚ ਤਾਂ ਜਨਮ ਜਾਤ ਉਹ ਇਹ ਪ੍ਰੋਬਲਮ ਲੈ ਕੇ ਆਉਂਦੇ ਨੇ ਦੁਨੀਆ 'ਚ, ਪਰ ਕਈ ਕੇਸਾਂ ਦੇ ਵਿੱਚ they may have gone blind or deaf as a result of some illness or accident. ਉਹ ਬਲਾਈਂਡ ਜਾਂ ਡੈਫ ਹੋ ਜਾਂਦੇ ਨੇ। ਦੇਖੋ, ਦੋ ਸ਼ਬਦ ਆਏ ਨੇ, ਧਿਆਨ ਨਾਲ ਦੇਖੋ, born blind, gone blind। ਹੁਣ ਤੁਹਾਨੂੰ ਮੈਂ ਤੁਹਾਡੀ ਵੋਕੈਬਲਰੀ ਇੰਪਰੂਵ ਕਰਾਂ। born blind ਦਾ ਮਤਲਬ ਕੀ ਹੈ? ਜਿਹੜਾ ਜਨਮ ਤੋਂ ਹੀ ਅੰਨਾ ਹੋਵੇ। ਤੇ gone blind ਕੀ ਹੈ? ਜਿਹੜਾ ਜਨਮ ਤੋਂ ਅੰਨਾ ਨਹੀਂ ਸੀ ਲੇਕਿਨ ਬਾਅਦ ਦੇ ਵਿੱਚ ਅੰਨਾ ਹੋ ਗਿਆ। ਬੀਅਰ, ਬੋਰ, ਬੋਨ ਵਰਬ ਦੀਆਂ ਫਾਰਮਸ ਨੇ ਤੇ ਗੋ, ਵੈਂਟ, ਗੋਨ ਵਰਬ ਦੀਆਂ ਫਾਰਮਸ ਨੇ। ਬੌਰਨ ਬਲਾਈਂਡ ਦਾ ਮਤਲਬ ਜਨਮ ਤੋਂ ਹੀ ਅੰਨੇ, ਤੇ ਗੋਨ ਬਲਾਈਂਡ ਦਾ ਮਤਲਬ ਕਿ ਉਹ ਬਾਅਦ ਚ ਅੰਨੇ ਹੋ ਗਏ, ਡਮ ਹੋ ਗਏ, ਬਾਅਦ ਚ ਡੈਫ ਹੋ ਗਏ। ਕਿਉਂ? ਐਜ਼ ਅ ਰਿਜ਼ਲਟ ਆਫ। ਨਾਓ ਐਜ਼ ਅ ਰਿਜ਼ਲਟ ਆਫ ਇੱਕ ਫਰੇਜ਼ ਹੈ ਜਿਹੜਾ ਇਕੱਠਾ ਹੁੰਦਾ ਹੈ। ਇਹਦਾ ਮਤਲਬ ਹੁੰਦਾ ਹੈ ਦੇ ਨਤੀਜੇ ਵਜੋਂ। ਐਜ਼ ਅ ਰਿਜ਼ਲਟ ਆਫ ਦਾ ਮਤਲਬ ਕੀ ਹੁੰਦਾ ਹੈ? ਦੇ ਨਤੀਜੇ ਵਜੋਂ। ਕਿਸ ਨਤੀਜੇ ਵਜੋਂ? ਸਮ ਇਲਨੈਸ, ਕਿ ਕੋਈ ਬਿਮਾਰੀ ਹੋ ਗਈ ਉਹਨਾਂ ਨੂੰ। ਇਲਨੈਸ ਦਾ ਮਤਲਬ ਇੱਥੇ ਕੀ ਹੋ ਗਿਆ ਜੀ? ਬਿਮਾਰੀ। ਜਾਂ ਐਕਸੀਡੈਂਟ, ਜਾਂ ਕੋਈ ਦੁਰਘਟਨਾ। ਤਾਂ ਸਮਝ ਆ ਗਿਆ ਪਹਿਲਾ ਪੈਰਾ? ਪਹਿਲੇ ਪੈਰੇ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੇ ਹੈਂਡੀਕੈਪ ਪਰਸਨਸ ਨੇ ਇਹ ਸਿਰਫ ਸਾਡੇ ਦੇਸ਼ 'ਚ ਹੀ ਨਹੀਂ ਹੈਗੇ, ਦੁਨੀਆ ਦੇ ਸਾਰੇ ਦੇਸ਼ਾਂ 'ਚ ਮੌਜੂਦ ਨੇ, ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਨੇ। ਇਹ ਬੌਰਨ ਬਲਾਈਂਡ ਵੀ ਹੋ ਸਕਦੇ ਨੇ, ਬੌਰਨ ਡੈਫ ਜਾਂ ਬੌਰਨ ਡਮ ਹੋ ਸਕਦੇ ਨੇ ਜਨਮ ਤੋਂ, ਲੇਕਿਨ ਇਹ ਕਈ ਵਾਰੀ ਗੌਨ ਬਲਾਈਂਡ ਜਾਂ ਗੌਨ ਡੈਫ ਜਾਂ ਗੌਨ ਡਮ ਹੋ ਜਾਂਦੇ ਨੇ। ਕਿਉਂ? ਐਜ਼ ਅ ਰਿਜ਼ਲਟ ਆਫ ਇਲਨੈਸ ਔਰ ਐਕਸੀਡੈਂਟ। ਯੂ ਸਮਟਾਈਮਸ ਹੀਅਰ ਪੀਪਲ ਸੇ ਆਫ ਸੱਚ ਹੈਂਡੀਕੈਪ ਪਰਸਨ। ਹੁਣ ਕਈ ਵਾਰੀ ਤੁਸੀਂ ਇਹ ਜਿਹੜੇ ਹੈਂਡੀਕੈਪ ਪਰਸਨ ਨੇ, ਅਪਾਹਿਜ ਲੋਕ ਨੇ, ਇਹਨਾਂ ਨੂੰ ਇਹ ਕਹਿੰਦੇ ਤੁਸੀਂ ਸੁਣਦੇ ਹੋ। ਸਮਟਾਈਮਸ ਦਾ ਮਤਲਬ ਕਦੇ ਕਦੇ। ਇਹਨਾਂ ਨੂੰ, ਇਹਨਾਂ ਹੈਂਡੀਕੈਪ ਪਰਸਨ ਨੂੰ ਹੀ ਬੋਲਦੇ ਤੁਸੀਂ ਸੁਣਦੇ ਹੋ। ਹੀਅਰ ਦਾ ਮਤਲਬ ਸੁਣਨਾ। ਕੀ ਕਹਿੰਦੇ ਨੇ ਜੀ? ਦੇਖੋ ਅੱਗੇ ਜਿਹੜੀਆਂ ਲਾਈਨਸ ਆ ਰਹੀਆਂ ਨੇ, ਦੋ ਲਾਈਨਸ ਆਈਆਂ ਨੇ, ਇਹ ਡਬਲ ਕੋਟਸ 'ਚ ਲਿਖੀਆਂ ਹੋਈਆਂ। ਦੇਖੋ, ਇਟ ਇਜ਼ ਦਾ ਵਰਕ ਆਫ ਫੇਟ, ਤੇ ਦੂਸਰੀ ਲਾਈਨ ਲਿਖੀ ਹੈ ਇਟ ਇਜ਼ ਦਾ ਵਿਲ ਆਫ ਗॉड। ਦੋਨੇ ਜਿਹੜੀਆਂ ਲਾਈਨਸ ਨੇ ਡਬਲ ਕੋਟਸ 'ਚ ਲਿਖੀਆਂ ਹੋਈਆਂ। ਦੈਟ ਮੀਨਸ ਇਹ ਲਾਈਨਸ ਕੋਈ ਬੋਲ ਰਿਹਾ ਹੈ। ਕੌਣ ਬੋਲ ਰਿਹਾ ਹੈ? ਹੈਂਡੀਕੈਪ ਪਰਸਨਸ ਬੋਲ ਰਹੇ ਨੇ। ਕੀ ਕਹਿੰਦੇ ਨੇ ਜੀ ਉਹ? ਇਟ ਇਜ਼ ਦਾ ਵਰਕ ਆਫ ਫੇਟ। ਕਹਿੰਦੇ ਇਹ ਤਾਂ ਕੁਦਰਤ ਦਾ ਭਾਣਾ ਹੈ ਜੀ। ਫੇਟ ਦਾ ਮਤਲਬ ਕੁਦਰਤ, ਕਿਸਮਤ। ਇਹਦਾ ਕਿਸਮਤ ਦਾ ਭਾਣਾ ਹੈ ਜੀ ਕਿ ਬੰਦਾ ਅੰਨਾ ਹੋ ਗਿਆ ਜਾਂ ਬੰਦਾ ਅੰਨਾ ਜੰਮ ਪਿਆ। ਜਾਂ ਫਿਰ ਉਹ ਕੀ ਕਹਿੰਦੇ ਨੇ? ਇਟ ਇਜ਼ ਦਾ ਵਿਲ ਆਫ ਗॉड, ਤੇ ਪਰਮਾਤਮਾ ਦੀ ਮਰਜ਼ੀ ਹੈ ਜੀ, ਬੰਦਾ ਅੰਨਾ ਹੋ ਗਿਆ ਜਾਂ ਅੰਨਾ ਜੰਮ ਗਿਆ। ਹੈਂਡੀਕੈਪ ਪਰਸਨਸ ਇਹੀ ਹੁੰਦੇ ਨਾ। ਉਹਨਾਂ ਨੂੰ ਦੇਖ ਕੇ ਜ਼ਿਆਦਾਤਰ ਲੋਕ ਵਿਚਾਰੇ ਇਹੀ ਕਹਿੰਦੇ ਨੇ ਵੀ ਆਹ ਵਿਚਾਰਾ ਤਾਂ ਬਿਪਤਾ ਦਾ ਮਾਰਿਆ, ਬਸ ਪਰਮਾਤਮਾ ਦੀ ਮਰਜ਼ੀ, ਇਹਦੇ ਨਾਲ ਆ ਹੋ ਗਿਆ, ਬਸ ਇਹੀ ਕਹਿ ਕੇ ਸਾਰ ਦਿੰਦੇ ਆ। ਸਮ ਈਵਨ ਸੇ, ਕੁਝ ਇਹ ਵੀ ਕਹਿੰਦੇ ਨੇ, they suffer the fruits of their own actions in the past, ਕਿ ਉਹਨਾਂ ਨੇ ਕੁਝ ਆਪਣੇ ਇਹੋ ਜਿਹੇ ਕੰਮ ਕਰੇ ਨੇ। their own actions, ਇੱਥੇ their ਦਾ ਮਤਲਬ ਕੀ ਹੈ? ਹੈਂਡੀਕੈਪ ਪਰਸਨਸ, THEIR, ਇਟਸ ਅ ਪ੍ਰੋਨਾਊਨ। ਹੈਂਡੀਕੈਪ ਪਰਸਨਸ ਦੇ ਲਈ their ਯੂਜ਼ ਕੀਤਾ ਗਿਆ। ਇੱਕ their ਹੋਰ ਵੀ ਹੁੰਦਾ, ਉਹ ਕਿਹੜਾ ਹੁੰਦਾ? THERE। ਇੱਥੇ ਕੀ ਹੈ? THEIR। ਦੋਨਾਂ ਨੂੰ ਬੋਲੀ ਦਾ ਇੱਕੋ ਹੀ ਹੈ, there and there। ਜਿਹੜਾ EIR ਵਾਲਾ ਹੈ ਇਹ ਦੇ ਦੀ ਥਾਂ ਤੇ ਯੂਜ਼ ਹੁੰਦਾ ਹੈ, ਧਿਆਨ ਰੱਖਣਾ ਹੈ। ਦੇ ਦੀ ਥਾਂ ਤੇ ਇਹ
ਪ੍ਰੋਨਾਊਨ ਹੈ, ਇਹ ਯੂਜ਼ ਹੁੰਦਾ ਹੈ। ਜਿਹੜਾ THERE ਵਾਲਾ ਹੁੰਦਾ ਹੈ ਇਹ ਕਿਸੇ ਪਲੇਸ ਦੇ ਲਈ ਯੂਜ਼ ਹੁੰਦਾ ਹੈ, ਕਿਸੇ ਜਗ੍ਹਾ ਦੇ ਲਈ। ਤਾਂ ਹੁਣ ਇੱਥੇ देयर ਕਿਹਦੇ ਲਈ ਯੂਜ਼ ਹੋਇਆ? ਹੈਂਡੀਕੈਪ ਪਰਸਨ ਲਈ। ਕਈ ਵਾਰੀ ਉਹਨਾਂ ਨੇ ਕੁਝ ਅਜਿਹੇ ਕੰਮ ਕੀਤੇ ਹੁੰਦੇ ਨੇ, ਸਮ ਈਵਨ ਸੇ ਕੁਝ ਇਹ ਵੀ ਕਹਿੰਦੇ ਨੇ ਕਿ ਇਹਨਾਂ ਦੇ ਕੁਝ ਆਪਣੇ ਐਕਸ਼ਨ ਨੇ, ਕੁਝ ਆਪਣੇ ਕੰਮ ਨੇ ਜਿਹਦੇ ਕਰਕੇ ਨਤੀਜਾ ਭੁਗਤ ਰਹੇ ਨੇ। ਦੇ ਸਫਰ ਦਾ ਫਰੂਟਸ। ਸਫਰ ਦਾ ਫਰੂਟਸ ਕੀ ਹੁੰਦਾ? ਫਲ ਭੁਗਤਣਾ। ਸਫਰ ਦਾ ਫਰੂਟਸ ਦਾ ਮਤਲਬ ਕੀ ਹੁੰਦਾ? ਫਲ ਭੁਗਤਣਾ। ਇਹ ਫਲ ਭੁਗਤ ਰਹੇ ਨੇ ਜੀ ਆਪਣਾ। ਕਾਹਦਾ ਫਲ ਭੁਗਤ ਰਹੇ ਨੇ? ਕਿ ਉਹਨਾਂ ਨੇ ਕੁਝ ਕੰਮ ਕਰੇ ਨੇ। ਕਦੋਂ? ਇਨ ਦਾ ਪਾਸਟ, ਪਿਛਲੇ ਜਨਮਾਂ 'ਚ। ਪਿਛਲੇ ਜਨਮਾਂ 'ਚ ਕੋਈ ਕੰਮ ਕਰੇ ਨੇ ਜੀ ਮਾੜੇ ਇਹਨਾਂ ਨੇ, ਇਸ ਕਰਕੇ ਇਹ ਇਹਦੇ ਨਾਲ ਮਾੜਾ ਹੋ ਗਿਆ, ਇਹ ਹੈਂਡੀਕੈਪ ਬਣ ਗਏ। Even parents of handicapped children often express such feelings and opinions। ਕਹਿੰਦੇ ਇੱਥੋਂ ਤੱਕ ਕਿ ਜਿਹੜੇ ਇਹਨਾਂ ਹੈਂਡੀਕੈਪ ਚਿਲਡਰਨ ਦੇ ਜਿਹੜੇ ਮਾਂ-ਬਾਪ ਨੇ, ਅਪਾਹਿਜ ਬੱਚਿਆਂ ਦੇ ਮਾਂ-ਬਾਪ ਵੀ ਇਸ ਤਰ੍ਹਾਂ ਦੀਆਂ ਫੀਲਿੰਗਸ, ਐਕਸਪ੍ਰੈਸ ਦਾ ਮਤਲਬ ਹੁੰਦਾ ਹੈ ਜ਼ਾਹਿਰ ਕਰਨਾ, ਇਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਜ਼ਾਹਿਰ ਕਰਦੇ ਨੇ। ਅਤੇ ਓਪੀਨੀਅਨਸ ਦਾ ਮਤਲਬ ਕੀ ਹੁੰਦਾ ਜੀ? ਵਿਚਾਰ। ਇੱਦਾਂ ਦੇ ਵਿਚਾਰ ਕੌਣ ਰੱਖਦੇ? ਉਹਨਾਂ ਦੇ ਮਾਂ-ਬਾਪ ਵੀ। ਦੇਖੋ ਆਮ ਤੌਰ ਤੇ ਮਾਂ-ਬਾਪ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਜੇਕਰ ਉਹਨਾਂ ਦਾ ਬੱਚਾ ਇਸ ਤਰ੍ਹਾਂ ਦਾ ਹੈਂਡੀਕੈਪ ਪੈਦਾ ਹੁੰਦਾ ਹੈ, ਉਹਨਾਂ ਨੂੰ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਕਿ ਇਹਦਾ ਪਾਸਟ ਇਹਦਾ ਮਾੜਾ ਸੀ, ਜਿਹਨੇ ਮਾੜੇ ਕੰਮ ਕਰੇ ਸੀ, ਜਾਂ ਰੱਬ ਦਾ ਭਾਣਾ ਫਲਾਣਾ ਢਮਕਾਣਾ, ਇਹ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ। ਲੇਕਿਨ ਇਹ ਗੱਲਾਂ ਕੌਣ ਕਹਿੰਦੇ ਨੇ? ਉਹਨਾਂ ਦੇ ਮਾਂ-ਬਾਪ ਵੀ ਕਹਿੰਦੇ ਨੇ। ਉਹਨਾਂ ਦੀ ਵੀ ਇਹ ਓਪੀਨੀਅਨਸ ਨੇ, ਇਹਨਾਂ ਦੀਆਂ ਫੀਲਿੰਗਸ ਨੇ, ਤੇ ਉਹਨਾਂ ਨੂੰ ਐਕਸਪ੍ਰੈਸ ਕਰਦੇ ਨੇ ਉਹ। ਐਂਡ ਦੇ ਸਕੈਰਸਲੀ ਐਵਰ ਥਿੰਕ ਆਫ ਹਾਊ ਦੇ ਕੈਨ ਹੈਲਪ ਥੀਸ ਅਨਫੋਰਚੂਨੇਟ ਵਨਸ। ਅਤੇ ਉਹ ਇਹ ਕਦੇ ਨਹੀਂ ਸੋਚਦੇ। ਸਕੈਰਸਲੀ ਹਮੇਸ਼ਾ, ਮੈਂ ਤੁਹਾਨੂੰ ਕਈ ਵਾਰੀ ਦੱਸਿਆ, ਇਹ ਹਮੇਸ਼ਾ ਨੈਗੇਟਿਵ ਸੈਂਸ ਦੇ ਵਿੱਚ ਯੂਜ਼ ਹੁੰਦਾ ਹੈ। ਸਕੈਰਸਲੀ ਦਾ ਮਤਲਬ ਹੁੰਦਾ ਹੈ ਆਲਮੋਸਟ ਨੈਵਰ। ਨੈਵਰ ਦਾ ਮਤਲਬ ਕਦੇ ਵੀ ਨਹੀਂ। ਤਾਂ ਉਹ ਇਹ ਕਦੇ ਨਹੀਂ ਸੋਚਦੇ, ਦੇ ਨੈਵਰ ਥਿੰਕ, ਕਿ ਉਹ ਇਹਨਾਂ ਬਦਕਿਸਮਤਾਂ ਦੀ ਕਿਵੇਂ ਹੈਲਪ ਕਰ ਸਕਦੇ ਨੇ। ਅਤੇ ਅਨਫੋਰਚੂਨੇਟ ਵਨਸ ਕਿਹਨੂੰ ਕਿਹਾ ਗਿਆ ਜੀ? ਹੈਂਡੀਕੈਪ ਪਰਸਨਸ ਨੂੰ, ਹੈਂਡੀਕੈਪ ਚਿਲਡਰਨ। ਕੌਣ ਨਹੀਂ ਸੋਚਦੇ? ਉਹਨਾਂ ਦੇ ਮਾਂ-ਬਾਪ। ਉਹਨਾਂ ਦੇ ਮਾਂ-ਬਾਪ ਨਹੀਂ ਸੋਚਦੇ, ਗੱਲਾਂ ਕਰੀ ਜਾਂਦੇ ਨੇ, ਰੱਬ ਦਾ ਭਾਣਾ ਹੈ ਜੀ, ਰੱਬ ਦੀ ਮਰਜ਼ੀ ਹੈ ਜੀ, ਕੁਦਰਤ ਦੀ ਕਰੋਪੀ ਹੈ ਜੀ, ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ। ਇਹਦੇ ਤਾਂ ਪਾਸਟ ਦੇ ਕੰਮ ਮੂਹਰੇ ਆ ਗਏ ਜੀ। ਲੇਕਿਨ ਉਹ ਇਹ ਨਹੀਂ ਸੋਚਦੇ ਕਿ ਜਿਹੜੇ ਵਿਚਾਰੇ ਬਦਕਿਸਮਤ ਇਨਸਾਨ ਨੇ, ਇਹਨਾਂ ਦੀ ਉਹ ਹੈਲਪ ਕਿਵੇਂ ਕਰ ਸਕਦੇ। This certainly is not the way to look at the problems of the handicap। ਕਹਿੰਦੇ ਇਹ ਸੱਚਮੁੱਚ ਇਹ ਕੋਈ ਤਰੀਕਾ ਨਹੀਂ ਹੈ। not the way, way ਦਾ ਮਤਲਬ ਹੁੰਦਾ ਹੈ ਤਰੀਕਾ। ਇਹ ਤਰੀਕਾ ਨਹੀਂ ਹੈ ਕਿ ਆਪਾਂ ਇਹਨਾਂ ਹੈਂਡੀਕੈਪਡ ਜਿਹੜੇ ਬੱਚੇ ਨੇ ਇਹਨਾਂ ਦੀਆਂ ਪ੍ਰੋਬਲਮਸ ਨੂੰ ਇਸ ਤਰ੍ਹਾਂ ਦੇਖੀਏ। ਇਹ ਤਰੀਕਾ ਨਹੀਂ ਹੈ। ਕਿਸ ਤਰ੍ਹਾਂ ਦੇਖੀਏ? ਕਿ ਆਪਾਂ ਗੱਲਾਂ ਮਾਰੀ ਜਾਈਏ ਤੇ ਪਾਸ ਨੂੰ ਦੋਸ਼ ਦੇਈ ਜਾਈਏ। ਇਹ ਕੋਈ ਤਰੀਕਾ ਸਹੀ ਨਹੀਂ ਹੈ। ਤਾਂ ਦੂਸਰੇ ਪੈਰੇ ਦੇ ਵਿੱਚ ਪਤਾ ਲੱਗ ਗਿਆ ਕੀ ਕਿਹਾ ਹੈ ਰਾਈਟਰ ਨੇ। ਰਾਈਟਰ ਦੂਸਰੇ ਪੈਰੇ ਦੇ ਵਿੱਚ ਇਹ ਕਹਿਣਾ ਚਾਹ ਰਿਹਾ ਹੈ ਕਿ ਜਿਹੜੇ ਹੈਂਡੀਕੈਪ ਚਿਲਡਰਨ ਨੇ, ਇਹਨਾਂ ਨੂੰ ਸਾਨੂੰ ਦੂਸਰੇ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਹੈ। ਉਹਨਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਉਹਨਾਂ ਨੂੰ ਦੋਸ਼ ਦਈਏ ਕਿ ਇਹਨਾਂ ਦਾ ਪਾਸਟ ਮਾੜਾ ਸੀ ਜੀ, ਇਹਨਾਂ ਦੀ ਤਾਂ ਕਿਸਮਤ ਹੀ ਮਾੜੀ ਹੈ, ਪਰਮਾਤਮਾ ਦੀ ਕਰੋਪੀ ਹੈ ਨਾ। ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਗੱਲਾਂ ਲੋਕੀ ਤਾਂ ਕਰਦੇ ਹੀ ਕਰਦੇ ਨੇ, ਹੋਰ ਕੌਣ ਕਰਦਾ? ਉਹਨਾਂ ਦੇ ਮਾਂ-ਬਾਪ ਵੀ ਕਰਦੇ ਨੇ। Whatever may be the cause of their suffering, we have got to treat the handicap with sympathy and understanding। ਕਹਿੰਦੇ ਇਹਨਾਂ ਦੇ ਦੁੱਖਾਂ ਦਾ ਕੋਈ ਵੀ ਕਾਰਨ ਹੋਵੇ, cause ਦਾ ਮਤਲਬ ਕੀ ਹੁੰਦਾ ਬੱਚਿਓ? ਕਾਰਨ। ਸਫਰਿੰਗ ਦਾ ਮਤਲਬ ਦੁੱਖ ਤਕਲੀਫ। ਇਹਨਾਂ ਦੇ ਦੁੱਖ ਤਕਲੀਫਾਂ ਦਾ ਕੋਈ ਵੀ ਕਾਰਨ ਹੋਵੇ, ਸਾਨੂੰ ਇਹਨਾਂ ਹੈਂਡੀਕੈਪ ਲੋਕਾਂ ਦੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ। ਟ੍ਰੀਟ ਦਾ ਮਤਲਬ ਹੁੰਦਾ ਜੀ ਵਿਵਹਾਰ ਕਰਨਾ। ਕਿਵੇਂ? ਵਿਦ ਸਿੰਪਥੀ। ਸਿੰਪਥੀ ਸ਼ਬਦ ਤੁਸੀਂ ਬਹੁਤ ਵਾਰੀ ਸੁਣਿਆ। ਹਮਦਰਦੀ ਐਂਡ ਅੰਡਰਸਟੈਂਡਿੰਗ, ਅਤੇ ਸਮਝ ਨਾਲ ਅਸੀਂ ਇਹਨਾਂ ਨੂੰ ਸਮਝੀਏ। ਤੁਹਾਨੂੰ ਇੱਕ +2 ਕਲਾਸ ਦੇ ਵਿੱਚ ਨਾ ਬੜਾ ਵਧੀਆ ਚੈਪਟਰ ਆਏਗਾ, ਦ ਸਕੂਲ ਫॉर ਸਿੰਪਥੀ। ਪਹਿਲੀ ਉਹ ਸਟੋਰੀ ਹੈ ਐਕਚੁਅਲੀ, ਉਹ ਸੈਕਸ਼ਨ ਸੀ ਦੀ। ਉਹ ਬਹੁਤ ਹੀ ਵਧੀਆ ਚੈਪਟਰ ਹੈ, ਅੰਡਰਸਟੈਂਡਿੰਗ ਵਾਲਾ ਚੈਪਟਰ ਹੈ। ਉਹਦੇ 'ਚ ਇਹ ਦੱਸਿਆ ਸਾਨੂੰ ਚੈਪਟਰ ਦੇ ਵਿੱਚ ਕਿ ਅਸੀਂ ਇਹ ਹੈਂਡੀਕੈਪ ਲੋਕਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਅਸੀਂ ਵਿਵਹਾਰ ਕਰੀਏ, ਅਸੀਂ ਕਿਵੇਂ ਸਮਝੀਏ ਕਿ ਇਹਨਾਂ ਦੇ ਦੁੱਖ ਐਕਚੁਅਲ ਹੈ ਕੀ ਨੇ। ਤਾਂ ਉਹਦੇ ਲਈ ਆਪਾਂ ਨੂੰ ਪਹਿਲਾਂ +1 ਪਾਸ ਕਰਨੀ ਪਊ ਪੁੱਤਰ, ਠੀਕ ਹੈ ਨਾ। ਤਾਂ ਆਪਾਂ ਪਹਿਲਾਂ +1 ਵੱਲ ਧਿਆਨ ਦਿੰਦੇ। ਇਨ ਮੈਨੀ ਇੰਸਟਾਂਸਿਸ ਦਾ ਮਤਲਬ ਹੁੰਦਾ ਬੱਚਿਓ ਐਗਜ਼ਾਮਪਲਸ, ਉਦਾਹਰਨਾਂ। ਕਈ ਉਦਾਹਰਨਾਂ ਦੇ ਵਿੱਚ ਫਿਜ਼ੀਕਲੀ ਹੈਂਡੀਕੈਪ ਚਿਲਡਰਨ ਸਫਰ ਨਿਗਲੈਕਟ।
ਕਹਿੰਦੇ ਜਿਹੜੇ ਸਰੀਰਕ ਤੌਰ ਤੇ ਅਪੰਗ ਬੱਚੇ ਨੇ ਸਫਰ ਨਿਗਲੈਕਟ ਦਾ ਮਤਲਬ ਹੁੰਦਾ ਹੈ ਕਿ ਜਦੋਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਸਫਰ ਨਿਗਲੈਕਟ ਦਾ ਮਤਲਬ ਧਿਆਨ ਨਾ ਦੇਣਾ, ਕਿ ਇਹਨਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਐਂਡ ਆਰ ਲੈਫਟ ਟੂ ਦੈਮਸੈਲਵਸ ਇਨ देयर ਹੋਮਸ, ਅਤੇ देयर ਫਿਰ ਆ ਗਿਆ, ਦੇਖੋ ਬੱਚਿਓ THEI ਆ, ਇਹਨਾਂ ਦੇ ਲਈ ਯੂਜ਼ ਹੋਇਆ ਇਹ। ਇਹੀ ਹੈਂਡੀਕੈਪ ਬੱਚਿਆਂ ਦੇ ਲਈ, ਇਹੀ ਜਿਹੜੇ ਹੈਂਡੀਕੈਪ ਬੱਚੇ ਨੇ ਇਹ ਵਿਚਾਰੇ ਇਕੱਲੇ ਹੀ ਰਹਿ ਜਾਂਦੇ ਨੇ ਆਪਣੇ ਆਪਣੇ ਘਰਾਂ 'ਚ। ਦੇ ਲੈਫਟ ਟੂ ਦੈਮਸੈਲਵਸ, ਲੀਵ ਲੈਫਟ ਵਰਬ ਦੀਆਂ ਫਾਰਮਸ ਹੈ। ਦੈਮਸੈਲਵਸ ਦਾ ਮਤਲਬ ਆਪਣੇ ਆਪ ਹੀ ਵਿਚਾਰੇ ਘਰਾਂ 'ਚ ਇਕੱਲੇ ਰਹਿ ਜਾਂਦੇ ਨੇ, ਕੋਈ ਇਹਨਾਂ ਵੱਲ ਧਿਆਨ ਹੀ ਨਹੀਂ ਦਿੰਦਾ। ਰੱਬ ਨਾ ਕਰੇ ਜੇ ਕਿਸੇ ਪਰਿਵਾਰ ਦੇ ਵਿੱਚ ਅਜਿਹਾ ਬੱਚਾ ਹੋਵੇ ਤਾਂ ਉਹਦੇ ਨਾਲ ਹੁੰਦਾ ਐਵੇਂ ਹੀ ਹੈ, ਉਹਨੂੰ ਕਿਤੇ ਲੈ ਕੇ ਨਹੀਂ ਜਾਇਆ ਜਾਂਦਾ। ਕੋਈ ਫੰਕਸ਼ਨ ਆ ਗਿਆ, ਬਾਕੀ ਸਾਰੇ ਤਿਆਰ, ਉਹ ਕਰੇ। ਬਾਜ਼ਾਰ ਜਾਣਾ ਹੈ, ਬਾਕੀ ਸਭ ਤਿਆਰ, ਉਹ ਕਰੇ। ਤਾਂ ਉਹੀ ਲਾਈਨ ਇੱਥੇ ਕਹੀ ਗਈ ਹੈ, ਨਿਗਲੈਕਟ ਹੋ ਗਿਆ ਨਾ ਬੱਚਾ। ਨਿਗਲੈਕਟ ਹੋਣਾ ਕੀ ਹੁੰਦਾ? ਧਿਆਨ ਨਹੀਂ, ਆਪਣੇ ਆਪ ਤੇ ਛੱਡਤਾ ਵੀ ਬਾਈ ਬਸ ਤੂੰ ਆਪਣੀਆਂ ਪ੍ਰੋਬਲਮਾਂ ਲੈ ਕੇ ਆਇਆ, ਆਪ ਹੀ ਨਜਿੱਠ, ਅਸੀਂ ਤਾਂ ਆਪਣਾ ਇੰਜੋਏ ਕਰੀਏ। ਮੈਕਸਿਮਮ ਕੇਸਾਂ 'ਚ ਬੱਚੇ ਉਹੀ ਹੁੰਦਾ, ਇਹੀ ਗੱਲ ਇੱਥੇ ਕਹੀ ਗਈ ਹੈ। ਦਿਸ ਮੇਕਸ देयर ਲਾਈਫ ਐਕਸਟ੍ਰੀਮਲੀ ਸੈਡ ਐਂਡ ਲੋਨਲੀ। ਇਹਦੇ ਨਾਲ ਹੁੰਦਾ ਕੀ ਹੈ, ਉਹਨਾਂ ਦੀ ਜਿਹੜੀ ਲਾਈਫ ਹੈ ਬੱਚੇ ਉਹ ਬਹੁਤ ਹੀ ਜ਼ਿਆਦਾ ਉਦਾਸ ਅਤੇ ਇਕੱਲ ਵਾਲੀ ਹੋ ਜਾਂਦੀ ਹੈ। ਲੋਨਲੀ ਦਾ ਮਤਲਬ ਕੀ ਹੁੰਦਾ? ਇਕੱਲਾ ਰਹਿਣਾ। ਸੈਡ ਦਾ ਮਤਲਬ ਦੁਖੀ ਹੋਣਾ। ਸੈਡ ਐਂਡ ਐਕਸਟ੍ਰੀਮਲੀ ਲੋਨਲੀ ਹੋ ਜਾਂਦੇ ਨੇ ਵਿਚਾਰੇ, ਉਹ ਇਕੱਲੇ ਰਹਿ ਜਾਂਦੇ ਨੇ ਬਿਕੋਜ਼ ਉਹਨਾਂ ਨਾਲ ਕੋਈ ਹਮਦਰਦੀ ਪ੍ਰਗਟ ਕਰਨ ਵਾਲਾ, ਉਹਨਾਂ ਨਾਲ ਕੋਈ ਚਾਰ ਗੱਲਾਂ ਕਰਨ ਵਾਲਾ ਹੈ ਹੀ ਨਹੀਂ। Our first duty is to make these children happier and less lonely। ਕਹਿੰਦੇ ਸਾਡੀ ਪਹਿਲੀ ਡਿਊਟੀ ਕੀ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਖੁਸ਼ ਰੱਖੀਏ, ਹੋਰ ਖੁਸ਼ ਕਰੀਏ। ਦੇਖੋ ਹੈਪੀਅਰ, ਇਹ ਕੀ ਹੈ? ਇਹ ਹੈਪੀ, ਹੈਪੀਅਰ, ਯਾਦ ਕਰੋ ਇਹ ਕੀ ਚੀਜ਼ ਹੈ? ਹੈਪੀਐਸਟ। ਹੈਪੀ, ਹੈਪੀਅਰ, ਹੈਪੀਐਸਟ ਕੀ ਨੇ? ਡਿਗਰੀਜ਼ ਆਫ ਐਡਜੈਕਟਿਵਸ, ਅਤੇ ਦੂਜੀ ਡਿਗਰੀ ਯੂਜ਼ ਕੀਤੀ ਗਈ ਹੈ ਕਿ ਅਸੀਂ ਪਹਿਲਾਂ ਨਾਲ ਉਹਨਾਂ ਨੂੰ ਖੁਸ਼ ਕਰੀਏ, ਹੈਪੀਅਰ, ਅਤੇ ਉਹਨਾਂ ਨੂੰ ਘੱਟ ਇਕੱਲਾ ਮਹਿਸੂਸ ਹੋਣ ਦਈਏ, ਲੈਸ ਲੋਨਲੀ। ਲੋਨਲੀ ਦਾ ਮਤਲਬ ਕੀ ਹੁੰਦਾ? ਇਕੱਲਾ। ਪਹਿਲਾ ਕੰਮ ਤਾਂ ਸਾਡਾ ਇਹ ਹੈ, ਦੇਖੋ ਫਸਟ ਡਿਊਟੀ ਤਾਂ ਸਾਡੀ ਇਹ ਹੈ। ਸੈਕੰਡਲੀ ਦੂਸਰੀ ਕੀ ਹੈ? ਵੀ ਹੈਵ ਗॉट ਟੂ ਐਜੂਕੇਟ ਥੀਸ ਚਿਲਡਰਨ ਐਂਡ ਹੈਲਪ them ਟੂ ਲਿਵ ਯੂਜ਼ਫੁਲ ਲਾਈਫਸ। ਕਿ ਸਾਨੂੰ ਇਹਨਾਂ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਪਊਗਾ, ਇਹਨਾਂ ਨੂੰ ਪੜ੍ਹਾਉਣਾ ਪਊਗਾ, ਐਜੂਕੇਟ ਥੀਸ ਚਿਲਡਰਨ, ਅਤੇ ਇਹਨਾਂ ਨੂੰ ਦੀ ਅਸੀਂ ਹੈਲਪ ਕਰੀਏ ਕਿ ਇਹ ਆਪਣੀ ਇੱਕ ਵਧੀਆ ਜ਼ਿੰਦਗੀ ਜੀਣ, ਲਿਵ ਯੂਜ਼ਫੁਲ ਲਾਈਫ, ਉਪਯੋਗੀ ਜੀਵਨ ਜੀਣ। ਇਹ ਨਾ ਹੀ ਸਮਝਣ ਕਿ ਅਸੀਂ ਸਮਾਜ ਤੇ ਬਰਡਨ ਹੈ, ਇੱਕ ਭਾਰ ਹੈ। ਨੋ, ਇਹ ਵੀ ਇਨਸਾਨ ਨੇ, ਇਹਨਾਂ ਦਾ ਵੀ ਹੱਕ ਬਣਦਾ ਹੈ ਕਿ ਸਿੱਖਿਆ ਪ੍ਰਾਪਤ ਕਰਨ, ਇਹਨਾਂ ਦਾ ਵੀ ਹੱਕ ਬਣਦਾ ਹੈ ਕਿ ਜ਼ਿੰਦਗੀ ਵਧੀਆ ਜੀਣ ਬਾਕੀ ਲੋਕਾਂ ਨੂੰ। ਤੇ ਸਾਡੀ ਸੈਕੰਡ ਡਿਊਟੀ ਹੈ ਕਿ ਅਸੀਂ ਇਹਨਾਂ ਨੂੰ ਪੜ੍ਹਾਈਏ ਅਤੇ ਇਹਨਾਂ ਨੂੰ ਇੰਨਾ ਕਾਬਲ ਬਣਾਈਏ ਕਿ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਸਕਣ। We should secure for them the benefits of education in schools, especially intended for them। ਕਹਿੰਦੇ ਸਾਨੂੰ ਇਹਨਾਂ ਨੂੰ ਦਾਖਲ ਕਰਾਉਣਾ ਚਾਹੀਦਾ ਨਾ, ਸਿਕਿਉਰ ਫॉर them, ਕਿ ਅਸੀਂ ਇਸ ਗੱਲ ਦੀ ਸਿਕਿਉਰਿਟੀ ਲਈਏ, ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ ਕਿ ਇਹ ਸਕੂਲਸ ਦੇ ਉਹ ਸਾਰੇ ਐਜੂਕੇਸ਼ਨ ਦੇ ਬੈਨੀਫਿਟਸ ਲੈ ਪਾਣ ਜਿਹੜੇ ਸਕੂਲਸ ਸਪੈਸ਼ਲੀ ਖਾਸ ਤੌਰ ਤੇ ਇੰਟੈਂਡਡ ਫॉर them ਇਹਨਾਂ ਲਈ ਬਣੇ ਨੇ। ਕਿ ਇੱਥੇ ਇਹਦਾ ਮਤਲਬ ਹੈ ਕਿ ਇਹਨਾਂ ਦੇ ਲਈ ਸਕੂਲ ਸਪੈਸ਼ਲ ਬਣੇ ਹੁੰਦੇ ਨੇ। ਜੇ ਤੁਹਾਨੂੰ ਪਤਾ ਹੋਵੇ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਸਪੈਸ਼ਲ ਸਕੂਲ ਹੈ ਇਹਨਾਂ ਬੱਚਿਆਂ ਦਾ, ਜਿੱਥੇ ਕਿ ਇਹਨਾਂ ਨੂੰ ਪੜ੍ਹਾਇਆ ਜਾਂਦਾ ਹੈ, ਬਲਾਈਂਡ ਬੱਚਿਆਂ ਨੂੰ, ਡੈਫ ਬੱਚਿਆਂ ਨੂੰ, ਡੰਬ। ਇਹਨਾਂ ਬੱਚਿਆਂ ਨੂੰ ਆਪਾਂ ਆਮ ਸਕੂਲਾਂ ਦੇ ਵਿੱਚ ਜੇ ਆਪਾਂ ਕਹੀਏ ਨਾ ਕਿ ਤੁਹਾਡੇ ਨਾਲ ਅਸੀਂ ਇਹਨਾਂ ਨੂੰ ਪੜ੍ਹਾ ਦਾਂਗੇ, ਨੋ, ਨਹੀਂ ਪੜ੍ਹਾ ਸਕਦੇ, ਕਿਉਂਕਿ ਇਹ ਤੁਹਾਡੇ ਪੇਸ ਨਾਲ ਨਹੀਂ ਚੱਲ ਪਾਣਗੇ। ਤਾਂ ਇਹਨਾਂ ਦੇ ਲਈ ਅਲੱਗ ਤੋਂ ਟਿਊਟਰਸ ਹੁੰਦੇ ਨੇ, ਅਲੱਗ ਤੋਂ ਟੀਚਰਸ ਹੁੰਦੇ ਨੇ, ਅਲੱਗ ਤੋਂ ਸਕੂਲਸ ਹੁੰਦੇ ਨੇ। ਜੇ ਕਦੇ ਦੇਖਣਾ ਤੁਸੀਂ ਪਟਿਆਲੇ ਜ਼ਿਲ੍ਹੇ 'ਚ, ਸਾਡਾ ਪਟਿਆਲੇ ਸ਼ਹਿਰ ਦੇ ਵਿੱਚ ਸਕੂਲ ਹੈ, ਸਪੈਸ਼ਲ ਸਕੂਲ ਕਿਹਾ ਜਾਂਦਾ ਇਹਨਾਂ ਨੂੰ, ਤੇ ਉੱਥੇ ਇਹ ਬੱਚੇ ਪੜ੍ਹਾਏ ਜਾਂਦੇ ਨੇ। ਕਾਫੀ ਅੱਛਾ ਸਕੂਲ ਹੈ, ਮੈਂ ਇੱਕ ਵਾਰੀ ਵਿਜ਼ਿਟ ਕੀਤਾ ਹੋਇਆ ਹੈ। ਤੇ ਉੱਥੇ ਬਲਾਈਂਡ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਜਾਂਦਾ, ਮੈਂ ਵਾਕਈ ਉਹਨਾਂ ਟੀਚਰਸ ਦੀ ਮੈਂ ਰਿਸਪੈਕਟ ਕਰਦਾ ਤੇ ਮੈਂ ਸਮਝਦਾ ਕਿ ਵਾਕਈ ਆਦਰ ਸਤਿਕਾਰ ਦੇ ਕਾਬਿਲ ਨੇ ਉਹ ਟੀਚਰਸ ਜੋ ਇਸ ਤਰ੍ਹਾਂ ਦੇ ਬੱਚਿਆਂ ਨੂੰ, ਬਲਾਈਂਡ ਬੱਚਿਆਂ ਨੂੰ ਜਾਂ ਡੈਫ ਜਾਂ ਡੰਬ ਬੱਚਿਆਂ ਨੂੰ ਪੜ੍ਹਾਉਂਦੇ ਨੇ। ਵਾਕਈ ਉਹ ਸਤਿਕਾਰ ਦੇ, ਸਲਾਮ ਦੇ ਕਾਬਿਲ ਨੇ ਉਹ ਟੀਚਰਸ। ਵੀ ਹੈਵ ਗॉट ਟੂ ਮੇਕ them useful citizens by creating for them suitable opportunities to be employed। ਕਹਿੰਦੇ ਸਾਨੂੰ ਇਹਨਾਂ ਨੂੰ ਉਪਯੋਗੀ, ਯੂਜ਼ਫੁਲ ਦਾ ਮਤਲਬ ਇੱਥੇ ਕੀ ਹੈ? ਉਪਯੋਗੀ। ਸਿਟੀਜ਼ਨਸ ਦਾ ਮਤਲਬ ਨਾਗਰਿਕ।
ਕਿ ਅਸੀਂ ਇਹਨਾਂ ਨੂੰ ਚੰਗੇ ਨਾਗਰਿਕ ਬਣਾਈਏ ਅਤੇ ਇਹਨਾਂ ਨੂੰ ਵਧੀਆ ਓਪਰਚੁਨਿਟੀਜ਼ ਦਈਏ। ਓਪਰਚੁਨਿਟੀਜ਼ ਦਾ ਮਤਲਬ ਕੀ ਹੁੰਦਾ ਬੱਚਿਓ? ਚਾਂਸਿਸ, ਮੌਕੇ। ਇਹਨਾਂ ਨੂੰ ਚੰਗੇ ਮੌਕੇ ਦਈਏ ਰੋਜ਼ਗਾਰ ਦੇ। ਟੂ ਬੀ ਇੰਪਲੋਇਡ। ਇੰਪਲੋਇਡ ਦਾ ਮਤਲਬ ਕੀ ਹੁੰਦਾ ਹੈ ਜੀ? ਰੋਜ਼ਗਾਰ, ਰੋਜ਼ਗਾਰ ਦੇਣਾ। ਇੰਪਲੋਏ ਵਰਬ ਹੁੰਦੀ ਹੈ, ਇੰਪਲੋਇਮੈਂਟ ਨਾउन ਹੁੰਦਾ ਹੈ, ਇੰਪਲੋਏ ਤੋਂ ਬਣਦਾ ਹੈ। ਦੇ ਵਿਲ ਦੈਨ ਹੈਵ ਅ ਸੈਂਸ ਆਫ ਅਚੀਵਮੈਂਟ। ਫਿਰ ਉਹਨਾਂ ਦੇ ਅੰਦਰ ਨਾ ਇੱਕ ਸੈਂਸ ਆਫ ਅਚੀਵਮੈਂਟ ਆਉਂਦੀ ਹੈ। ਸੈਂਸ ਆਫ ਅਚੀਵਮੈਂਟ ਦਾ ਮਤਲਬ ਕੀ ਹੁੰਦਾ ਹੈ? ਇੱਕ ਭਾਵਨਾ ਆਉਂਦੀ ਹੈ ਕਿ ਹਾਂ ਅਸੀਂ ਕੁਝ ਪ੍ਰਾਪਤ ਕਰ ਸਕਦੇ ਹਾਂ। ਸੈਂਸ ਆਫ ਅਚੀਵਮੈਂਟ। ਆਪਾਂ ਕਹਿੰਦੇ ਨਹੀਂ ਕਿ ਬੱਚੇ ਦਾ ਸੈਂਸ ਆਫ ਹਿਊਮਰ ਬਹੁਤ ਵਧੀਆ ਹੈ। ਸੈਂਸ ਆਫ ਹਿਊਮਰ ਕੀ ਹੁੰਦਾ? ਜਿਹੜਾ ਬੱਚਾ ਮਜ਼ਾਕੀਆ ਹੋਵੇ, ਜਿਹੜਾ ਇਨਸਾਨ ਮਜ਼ਾਕੀਆ ਹੋਵੇ, ਗੱਲਾਂ ਗੱਲਾਂ 'ਚ ਮਜ਼ਾਕ ਕਰੇ, ਤੁਹਾਨੂੰ ਹਸਾ ਦੇਵੇ, ਚੁਟਕਲੇ ਜਿਹੇ ਸੁਣਾ ਕੇ ਵਧੀਆ ਜੇ। ਤੁਹਾਡੇ ਪਰਿਵਾਰ 'ਚ ਹੋਣਗੇ ਇਹੋ ਜਿਹੇ ਬੰਦੇ ਵੀ ਤੁਸੀਂ ਉਹਨਾਂ ਕੋਲ ਬੈਠੋ, ਇਹੋ ਜਿਹੀ ਗੱਲ ਕਰਨਗੇ, ਤੁਸੀਂ ਬੜੇ ਖੁਸ਼ ਹੋ ਜਾਂਦੇ ਉਹਨਾਂ ਨਾਲ ਬੈਠ ਕੇ, ਉਹ ਗੱਲ ਇਹੋ ਜਿਹੀ ਸੁਣਾਉਂਦੇ ਨੇ। ਉਹਨੂੰ ਆਪਾਂ ਕੀ ਕਹਿੰਦੇ ਹਾਂ ਉਸ ਇਨਸਾਨ ਦੇ ਲਈ? ਕਿ ਇਸ ਇਨਸਾਨ ਦਾ ਸੈਂਸ ਆਫ ਹਿਊਮਰ ਬੜਾ ਵਧੀਆ ਹੈ। ਸੈਂਸ ਆਫ ਹਿਊਮਰ, ਮਜ਼ਾਕੀਆ ਸੁਭਾਅ ਹੈ ਬੰਦੇ ਦਾ। ਐਂਡ ਵੀ ਕੈਨ ਬੀ ਹੈਪੀ that we have done our duty by them। ਫਿਰ ਕਹਿੰਦੇ ਅਸੀਂ ਖੁਸ਼ ਹੋ ਸਕਦੇ ਹਾਂ ਕਿ ਅਸੀਂ ਇਹਨਾਂ ਪ੍ਰਤੀ ਆਪਣੀ ਡਿਊਟੀ ਪੂਰੀ ਕੀਤੀ ਹੈ ਜੇ ਅਸੀਂ ਇਸ ਕਾਬਿਲ ਇਹਨਾਂ ਬੱਚਿਆਂ ਨੂੰ ਬਣਾ ਦਿੰਦੇ। ਤਾਂ ਸੈਂਸ ਆਫ ਅਚੀਵਮੈਂਟ ਪਤਾ ਲੱਗ ਗਿਆ ਵੀ ਕੀ ਹੁੰਦਾ? ਹਾਂ, ਕੁਝ ਪ੍ਰਾਪਤ ਕਰਨ ਦੀ ਭਾਵਨਾ। ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਇਸ ਯੋਗ ਬਣਾ ਦਾਂਗੇ ਕਿ ਉਹ ਪੜ੍ਹ ਲਿਖ ਜਾਣਗੇ ਤੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਉਹ ਸਿਟੀਜ਼ਨ ਸਮਝਣਗੇ ਕਿ ਹਾਂ ਵੀ ਅਸੀਂ ਵੀ ਬਾਕੀ ਲੋਕਾਂ ਦੇ ਪ੍ਰਤੀ, ਬਾਕੀ ਲੋਕਾਂ ਦੀ ਤਰ੍ਹਾਂ ਅਸੀਂ ਵੀ ਨਾਗਰਿਕ ਹਾਂ, ਸਮਾਜ ਦੇ ਜ਼ਿੰਮੇਵਾਰ। ਫਿਰ ਉਹਨਾਂ ਦੇ ਅੰਦਰ ਇੱਕ ਸੈਂਸ ਆਫ ਅਚੀਵਮੈਂਟ ਆਉਂਦੀ ਹੈ। In countries where the disabilities of the handicapped are treated with sympathy and understanding and attention is given to their education, there are, for instance, office assistants, teachers and lawyers among the blind, deaf and dumb persons are similarly helped along and provided with suitable employment। ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਹੈਂਡੀਕੈਪ ਬੱਚਿਆਂ ਨੂੰ ਸਿੰਪਥੀ ਦੇ ਨਾਲ ਅਤੇ ਅੰਡਰਸਟੈਂਡਿੰਗ ਦੇ ਨਾਲ ਟ੍ਰੀਟ ਕੀਤਾ ਜਾਂਦਾ ਹੈ, ਮਤਲਬ ਕਿ ਉਹਨਾਂ ਨਾਲ ਵਿਵਹਾਰ ਕੀਤਾ ਜਾਂਦਾ ਹੈ। ਡਿਸੇਬਿਲਿਟੀਜ਼ ਦਾ ਮਤਲਬ ਇੱਥੇ ਕੀ ਹੈ ਜੀ? ਅਪੰਗਤਾ। ਪੰਜਾਬੀ ਚ ਆਉਂਦਾ ਨਾ ਅਪੰਗ, ਹੈਂਡੀਕੈਪ ਨੂੰ ਕਿਹਾ ਜਾਂਦਾ ਹੈ। ਕੋਈ ਬੱਚਾ ਡਿਸੇਬਲ ਹੋਵੇ, ਡਿਸੇਬਲ ਮਤਲਬ ਉਹਦਾ ਕੋਈ ਸਰੀਰ ਦਾ ਅੰਗ ਪ੍ਰੋਪਰ ਕੰਮ ਨਹੀਂ ਕਰ ਰਿਹਾ, ਉਸਦੀਆਂ ਆਈਜ਼ ਕੰਮ ਨਹੀਂ ਕਰ ਰਹੀਆਂ, ਉਸਦੇ ਈਅਰਸ ਕੰਮ ਨਹੀਂ ਕਰ ਰਹੇ, ਉਹਨੂੰ ਆਪਾਂ ਡਿਸੇਬਿਲਿਟੀ ਕਹਿੰਦੇ ਹਾਂ, ਉਹਨੂੰ ਆਪਾਂ ਫਿਜ਼ੀਕਲੀ ਡਿਸੇਬਿਲਿਟੀ ਕਹਿੰਦੇ ਹਾਂ। ਤਾਂ ਜਿਹੜੇ ਦੇਸ਼ਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਨਾਲ ਵਧੀਆ ਅੰਡਰਸਟੈਂਡਿੰਗ ਅਤੇ ਸਿੰਪਥੀ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਧਿਆਨ, ਅਟੈਂਸ਼ਨ ਦਿੱਤੀ ਜਾਂਦੀ ਹੈ ਉਹਨਾਂ ਦੀ ਐਜੂਕੇਸ਼ਨ ਵੱਲ। ਦੇਖੋ, ਐਂਡ ਅਟੈਂਸ਼ਨ ਇਜ਼ ਗਿਵਨ ਟੂ देयर ਐਜੂਕੇਸ਼ਨ। ਤਾਂ ਫਿਰ ਕੀ ਹੁੰਦਾ ਜੀ? ਉੱਥੇ ਉਹ ਲੋਕ ਕੀ ਬਣਦੇ ਨੇ? ਜਿਹੜੇ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਅਸਿਸਟੈਂਟ ਹੁੰਦੇ ਨੇ, ਇੱਧਰ ਧਿਆਨ ਦਿਓ, ਜਾਂ ਟੀਚਰਸ ਹੁੰਦੇ ਨੇ ਜਾਂ ਲਾਇਰਸ ਹੁੰਦੇ ਨੇ। ਲਾਇਰਸ ਕੀ ਹੁੰਦੇ ਨੇ ਜੀ? ਵਕੀਲ। ਤਾਂ ਸਾਨੂੰ ਇੱਦਾਂ ਦੇ ਲੋਕ ਦਿਖਦੇ ਨੇ। ਬਲਾਈਂਡ ਆਫਿਸ ਅਸਿਸਟੈਂਟ ਸਾਨੂੰ ਬਲਾਈਂਡ ਨਜ਼ਰ ਆ ਜਾਂਦੇ ਨੇ, ਟੀਚਰਸ ਦੇ ਵਿੱਚ ਸਾਨੂੰ ਬਲਾਈਂਡ ਟੀਚਰਸ ਨਜ਼ਰ ਆ ਜਾਂਦੇ ਨੇ, ਲਾਇਰਸ ਵੀ ਸਾਨੂੰ ਨਜ਼ਰ ਆਉਂਦੇ ਨੇ। ਤਾਂ ਸਾਨੂੰ ਇਹਨਾਂ ਲੋਕਾਂ ਦੇ ਵਿੱਚ ਬੱਚਿਓ, ਆਫਿਸ ਦੇ ਵਿੱਚ, ਟੀਚਰਸ ਦੇ ਵਿੱਚ ਤੇ ਲਾਇਰਸ ਦੇ ਵਿੱਚ ਸਾਨੂੰ ਬਲਾਈਂਡ ਬੰਦੇ ਨਜ਼ਰ ਆਉਂਦੇ ਨੇ। ਯਾਨੀ ਕਿ ਇਹਦਾ ਮਤਲਬ ਇਹ ਹੋਇਆ ਕਿ ਉਹ ਪੜ੍ਹ ਲਿਖ ਕੇ ਟੀਚਰ ਬਣ ਗਏ। ਕਹਿੰਦੇ ਜਿਹੜੇ ਡੈਫ ਐਂਡ ਡੰਬ ਪਰਸਨਸ ਨੇ ਉਹਨਾਂ ਨੂੰ ਖਾਸ ਤੌਰ ਤੇ ਹੈਲਪ ਕੀਤੀ ਜਾਂਦੀ ਹੈ। ਸਿਮਿਲਰਲੀ ਇਸੇ ਤਰ੍ਹਾਂ ਹੈਲਪ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਸੁਟੇਬਲ ਇੰਪਲੋਇਮੈਂਟ ਮਤਲਬ ਸਹੀ ਰੋਜ਼ਗਾਰ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ, ਪ੍ਰਦਾਨ ਕੀਤਾ ਜਾਂਦਾ ਹੈ। ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਇਹਨਾਂ ਲੋਕਾਂ ਵੱਲ ਬੱਚਿਓ ਧਿਆਨ ਦਿੱਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਬੱਚਿਆਂ ਨੂੰ ਬੇਰੁਜ਼ਗਾਰ ਵੀ ਮਿਲਦਾ ਹੈ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਸੁਟੇਬਲ ਓਪਰਚੁਨਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਿਸ ਦੇ ਨਾਲ ਉਹ ਸਰਕਾਰੀ ਨੌਕਰੀਆਂ 'ਚ ਵੀ ਆ ਜਾਂਦੇ। There are several instances to show that given the right kind of education and opportunity, a handicapped person can not only become a useful citizen but also achieve great things। ਕਹਿੰਦੇ ਕਈ ਉਦਾਹਰਨਾਂ ਆਈਆਂ ਨੇ ਇਹ ਦੱਸਣ ਦੇ ਲਈ। several instances, several ਦਾ ਮਤਲਬ ਕਈ ਉਦਾਹਰਨਾਂ ਆਈਆਂ ਨੇ to show that ਇਹ ਦੱਸਣ ਲਈ ਕਿ ਜੇਕਰ ਸਹੀ ਐਜੂਕੇਸ਼ਨ ਅਤੇ ਓਪਰਚੁਨਿਟੀ, ਮੌਕੇ ਦਿੱਤੇ ਜਾਣ ਤਾਂ ਇੱਕ ਹੈਂਡੀਕੈਪ ਪਰਸਨ ਸਿਰਫ ਇੱਕ ਉਪਯੋਗੀ ਸਿਟੀਜ਼ਨ ਹੀ ਨਹੀਂ ਬਣ ਸਕਦਾ,
ਸਗੋਂ ਉਹ ਮਹਾਨ ਚੀਜ਼ਾਂ ਪ੍ਰਾਪਤ ਕਰ ਸਕਦਾ ਹੈ ਬਟ ਆਲਸੋ ਅਚੀਵ ਗ੍ਰੇਟ ਥਿੰਗਸ। ਹੁਣ ਇਹ ਵੀ ਲਾਈਨ ਵੱਡੀ ਹੈ। ਇਸ ਲਾਈਨ ਦੇ ਵਿੱਚ ਨਾ ਜਿਵੇਂ ਮੈਂ ਤੁਹਾਨੂੰ ਅੱਜ ਸਵੇਰੇ +2 ਦੀ ਜਨਰਲ ਇੰਗਲਿਸ਼ ਦੇ ਵਿੱਚ ਪੈਰ ਆਫ ਕੰਜੰਕਸ਼ਨਸ ਕਰਵਾਏ ਸੀ, ਇਹਦੇ ਵਿੱਚ ਵੀ ਇੱਕ ਪੈਰ ਆਫ ਕੰਜੰਕਸ਼ਨ ਆਇਆ ਹੋਇਆ ਹੈ। ਇਹਦੇ ਵਿੱਚ ਇੱਕ ਯੋਜਕਾਂ ਦਾ ਜੋੜਾ ਆਇਆ ਹੋਇਆ ਜਿਸ ਨੂੰ ਆਪਾਂ ਪੈਰ ਆਫ ਕੰਜੰਕਸ਼ਨਸ ਕਹਿੰਦੇ ਆ। ਹਾਂ ਵੈਰੀ ਗੁੱਡ, ਆ ਗਈ ਯਾਦ। ਤਾਂ ਇਹਦੇ ਵਿੱਚ ਆਇਆ ਨੋਟ ਓਨਲੀ ਅਤੇ ਬਟ ਆਲਸੋ। ਇਹ ਨੋਟ ਓਨਲੀ ਤੇ ਬਟ ਆਲਸੋ ਕੀ ਨੇ ਜੀ? ਇਹ ਯੋਜਕ ਨੇ, ਜੋੜੇ ਚ ਆਉਂਦੇ ਨੇ। ਨੋਟ ਓਨਲੀ ਪਹਿਲਾਂ ਆਉਂਦਾ ਹੈ, ਬਟ ਆਲਸੋ ਬਾਅਦ ਚ ਆਉਂਦਾ ਹੈ, ਪਰ ਇਹ ਆਂਦਾ ਜੋੜਿਆਂ ਚ। ਇਹਨੂੰ ਆਪਾਂ ਪੈਰ ਆਫ ਕੰਜੰਕਸ਼ਨਸ ਕਹਿੰਦੇ ਆ। ਇਹਦਾ ਦੇਖੋ ਪੂਰਾ ਮਤਲਬ ਕੀ ਬਣਿਆ, ਮੈਂ ਲਾਈਨ ਦੁਬਾਰ ਤੋਂ ਪੰਜਾਬੀ ਕਰਦਾ। ਕਹਿੰਦੇ ਕਈ ਉਦਾਹਰਨਾਂ ਐਸੀਆਂ ਨੇ ਜਿੱਥੇ ਕਿ ਜਦੋਂ ਸਹੀ ਓਪਰਚੁਨਿਟੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਤਾਂ ਇੱਕ ਅਪਾਹਿਜ ਬੰਦਾ ਕੇਵਲ ਇੱਕ ਵਧੀਆ ਸਿਟੀਜ਼ਨ ਹੀ ਨਹੀਂ ਬਣਦਾ, ਸਗੋਂ ਬਹੁਤ ਮਹਾਨ ਚੀਜ਼ਾਂ ਅਚੀਵ ਕਰਦਾ। ਤਾਂ ਕੇਵਲ ਤੇ ਸਗੋਂ, ਇਹਦਾ ਮਤਲਬ ਇਹ ਹੈ। ਨੋਟ ਓਨਲੀ ਦਾ ਮਤਲਬ ਹੁੰਦਾ ਕੇਵਲ, ਬਟ ਆਲਸੋ ਦਾ ਮਤਲਬ ਪੰਜਾਬੀ ਚ ਕੀ ਹੁੰਦਾ ਹੈ? ਸਗੋਂ। ਇੰਨੀ ਜ਼ਿਆਦਾ ਭੂਮਿਕਾ ਬੰਨੀ ਹੈ ਰਾਈਟਰ ਨੇ ਇੱਥੇ ਤੱਕ। ਹੁਣ ਸਾਡਾ ਅਸਲੀ ਚੈਪਟਰ ਸ਼ੁਰੂ ਹੁੰਦਾ ਹੈ। ਕਹਿੰਦਾ a most remarkable instance of such a person is Miss Helen Keller, a famous woman whose life and achievements are a miracle of modern times। ਤੁਹਾਨੂੰ ਰਾਈਟਰ ਨੇ ਪਹਿਲਾਂ ਕਿਹਾ ਹੈ ਨਾ ਕਿ ਜੇਕਰ ਅਜਿਹੇ ਕਿਸੇ ਬੰਦੇ ਨੂੰ ਸਹੀ ਐਜੂਕੇਸ਼ਨ ਦਿੱਤੀ ਜਾਵੇ, ਉਸ ਨੂੰ ਸਹੀ ਓਪਰਚੁਨਿਟੀ ਦਿੱਤੀ ਜਾਵੇ, ਤਾਂ ਉਹ ਕੇਵਲ ਮਹਾਨ ਚੀਜ਼ਾਂ ਪ੍ਰਾਪਤ ਹੀ ਨਹੀਂ ਕਰਦਾ, ਸਗੋਂ ਇੱਕ ਆਦਰਸ਼ ਨਾਗਰਿਕ ਵੀ ਬਣਦਾ ਹੈ। ਉਹਨਾਂ ਚੋਂ ਇੱਕ ਕੌਣ ਹੈ ਜੀ? ਮਿਸ ਹੈਲਨ ਕੈਲਰ। ਕਹਿੰਦੇ ਉਹ ਇੱਕ ਅਜਿਹੀ ਪਰਸਨ ਹੈ, ਅਜਿਹੀ ਹੀ ਪਰਸਨ ਹੈ ਜਿਹਦੀ ਉੱਪਰ ਗੱਲ ਹੋਈ ਹੈ। ਇੰਸਟੈਂਸ ਦਾ ਮਤਲਬ ਹੁੰਦੀ ਹੈ ਉਦਾਹਰਨ, ਪਹਿਲਾਂ ਵੀ ਆਇਆ ਹੈ। ਕੌਣ ਸੀ ਜੀ? ਆ ਫੇਮਸ ਵੂਮਨ ਸੀ ਜੀ, ਕਿ ਬਹੁਤ ਹੀ ਪ੍ਰਸਿੱਧ ਔਰਤ ਸੀ ਜਿਸ ਦੀ ਜ਼ਿੰਦਗੀ ਅਤੇ ਪ੍ਰਾਪਤੀਆਂ ਅਜੋਕੇ ਸਮੇਂ ਦੇ ਲਈ ਕੀ ਨੇ? ਮਿਰੈਕਲ ਨੇ, ਕ੍ਰਿਸ਼ਮੇ ਨੇ। ਹੁਣ ਪਤਾ ਲੱਗ ਗਿਆ ਮਾਡਰਨ ਮਿਰੈਕਲ ਕਿਹਨੂੰ ਕਿਹਾਂਗੇ? ਮਿਸ ਹੈਲਨ ਕੈਲਰ। ਮਾਡਰਨ ਮਿਰੈਕਲ ਮਿਸ ਹੈਲਨ ਕੈਲਰ ਨੂੰ ਕਿਹਾ ਗਿਆ ਜੀ ਇਸ ਚੈਪਟਰ ਨੂੰ। ਨਾਓ ਹੈਲਨ ਕੈਲਰ ਦਾ ਇੱਕ ਚੈਪਟਰ ਤੁਹਾਨੂੰ +2 ਜਨਰਲ ਇੰਗਲਿਸ਼ ਚ ਵੀ ਹੈ। The name of the chapter is the story of my life। +2 ਦੇ ਵਿੱਚ ਹੈ। ਜਦ ਤੁਸੀਂ +2 ਚ ਹੋ ਜਾਓਗੇ +1 ਪਾਸ ਕਰਕੇ, ਤਾਂ ਉਹ ਤੁਹਾਨੂੰ ਚੈਪਟਰ ਪੜ੍ਹਨ ਨੂੰ ਮਿਲੂਗਾ, ਲੇਕਿਨ ਤੁਹਾਨੂੰ ਜ਼ਿਆਦਾ ਡਿਟੇਲ ਚ ਹੈ ਚੈਪਟਰ ਇਹ। ਉਸ ਸਟੋਰੀ ਆਫ ਮਾਈ ਲਾਈਫ ਦੇ ਵਿੱਚ ਸਿਰਫ ਇੱਕ ਇਨਸੀਡੈਂਟ ਹੈ ਹੈਲਨ ਕੈਲਰ ਦਾ, ਕਿ ਉਹ ਪੜ੍ਹਨਾ ਸਿੱਖੀ ਕਿਵੇਂ। ਇਸ ਦੇ ਵਿੱਚ ਤੁਹਾਨੂੰ ਹੈਲਨ ਕੈਲਰ ਦੀ ਆਲਮੋਸਟ ਸਾਰੀ ਥੋੜੀ ਬਾਇਓਗ੍ਰਾਫੀ ਹੈ, ਪੂਰੀ ਜੀਵਨੀ ਹੈ ਇਸ ਚੈਪਟਰ ਦੇ ਵਿੱਚ, ਕਿ ਉਹ ਕਿੱਦਾਂ ਦੀ ਸੀ, ਕਿਵੇਂ ਪੜ੍ਹੀ ਤੇ ਕਿੱਥੇ ਤੱਕ ਪਹੁੰਚੀ। ਥੋੜਾ ਜਿਹਾ ਆਪਾਂ ਪੜ੍ਹ ਲੈਂਦੇ ਹਾਂ, ਤੁਹਾਨੂੰ ਪਤਾ ਲੱਗ ਜੂ ਵੀ ਹੈ ਕੌਣ ਹੈ ਮਿਸ ਹੈਲਨ ਕੈਲਰ। ਇੱਕ ਪੈਰਾ ਹੋਰ ਕਰਦੇ ਹਾਂ, ਧਿਆਨ ਨਾਲ ਸਮਝਿਓ ਇਸ ਪੈਰੇ ਨੂੰ। ਮਿਸ ਕੈਲਰ became completely blind, deaf and dumb when she was scarcely 2 years old। ਮਿਸ ਕੈਲਰ ਜਦੋਂ ਮੁਸ਼ਕਲ ਨਾਲ, ਸਕੈਰਸਲੀ ਫੇਰ ਆ ਗਿਆ ਨਾ, ਮੁਸ਼ਕਲ ਨਾਲ 2 ਸਾਲਾਂ ਦੀ ਸੀ, 2 years old, ਜਦੋਂ 2 ਸਾਲਾਂ ਦੀ ਸੀ, she became completely blind, ਪੂਰੀ ਤਰ੍ਹਾਂ ਅੰਨੀ ਹੋ ਗਈ, ਡੈਫ ਹੋ ਗਈ ਐਂਡ ਡਮ ਹੋ ਗਈ। ਅੰਨੀ ਹੋ ਗਈ, ਬੋਲੀ ਹੋ ਗਈ, ਗੂੰਗੀ ਹੋ ਗਈ। ਤੇ ਧਿਆਨ ਨਾਲ ਸੁਣੋ ਗੱਲ ਮੈਂ ਕੀ ਕਹਿ ਰਿਹਾ। she became ਦਾ ਮਤਲਬ ਕੀ ਹੋਇਆ? ਇੱਥੇ born ਨਹੀਂ ਹੈਗੀ, she became ਬਣੀ ਬਾਅਦ ਚ ਹੋਈ ਹੈ। ਜਦੋਂ ਪੈਦਾ ਹੋਈ ਉਹ ਬਲਾਈਂਡ ਨਹੀਂ ਸੀ, ਉਹ ਡੈਫ ਨਹੀਂ ਸੀ, ਉਹ ਡਮ ਨਹੀਂ ਸੀ, ਉਹ ਬੋਲ ਸਕਦੀ ਸੀ, ਸੁਣ ਸਕਦੀ ਸੀ, ਦੇਖ ਸਕਦੀ ਸੀ। 2 ਸਾਲ ਦੀ ਜਦੋਂ ਉਹ ਹੋਈ ਤਾਂ ਉਸਨੂੰ ਐਸੀ ਬਿਮਾਰੀ ਹੋਈ, 3 ਕਰੋਪੀਆਂ ਪੈ ਗਈਆਂ ਉਸ ਲੜਕੀ ਨੂੰ। ਇੱਕ ਬੱਚਾ ਜਿਹੜਾ ਬੱਚੇ ਉਹ ਬਲਾਈਂਡ ਪੈਦਾ ਹੁੰਦਾ ਨਾ, ਉਹਨੂੰ ਨਹੀਂ ਪਤਾ ਦੁਨੀਆ ਕੀ ਹੈ, ਕਿਉਂਕਿ ਉਹਦੀ ਦੁਨੀਆ ਉਹੀ ਹਨੇਰਾ ਹੈ। ਉਹਨੇ ਦੁਨੀਆ ਦੇਖੀ ਹੋ ਨਹੀਂ, ਉਹਨੂੰ ਪਤਾ ਹੀ ਨਹੀਂ ਕਿ ਦੁਨੀਆ ਵੀ ਹੈ ਮੇਰੇ ਅੱਗੇ। ਉਹਨੂੰ ਇਹ ਲੱਗਦਾ ਕਿ ਦੁਨੀਆ ਹਨੇਰਾ ਹੀ ਹੈ, ਬਸ ਇਹੀ ਹੈ, ਕਿਉਂਕਿ ਉਹ ਬਚਪਨ ਚੋਂ ਹੀ ਪੈਦਾ ਹੋਇਆ। ਲੇਕਿਨ ਇਹ ਐਵੇਂ ਪੈਦਾ ਨਹੀਂ ਹੋਈ, ਇਸਨੇ ਦੁਨੀਆ ਦੇਖੀ ਸੀ। ਇਹਨੂੰ ਪਤਾ ਸੀ ਵੀ ਮੇਰੀ ਮਾਂ ਹੁੰਦੀ ਹੈ, ਮੇਰਾ ਪਿਓ ਹੁੰਦਾ, ਉਹਦੀ ਇੱਕ ਸ਼ਕਲ ਹੁੰਦੀ ਹੈ, ਮੇਰਾ ਘਰ ਹੈ, ਉਹਦੀ ਇੱਕ ਸ਼ਕਲ ਹੁੰਦੀ ਹੈ। ਇਹਨੂੰ ਪਤਾ ਸੀ, ਲੇਕਿਨ 2 ਸਾਲਾਂ ਬਾਅਦ ਸਾਰਾ ਕੁਝ ਗਿਆ। ਅੱਗੇ ਸੁਣੋ। ਬਟ ਸ਼ੀ ਟੁਕ ਦਾ ਹਾਈਐਸਟ ਡਿਗਰੀਜ਼ ਦੈਟ ਯੂਨੀਵਰਸਿਟੀਜ਼ ਕੁਡ ਆਫਰ। ਪਰ ਉਹਨੇ ਉਹ ਡਿਗਰੀ ਪ੍ਰਾਪਤ ਕੀਤੀ ਐਜੂਕੇਸ਼ਨ 'ਚ ਜਿਹੜੀ ਉੱਚੀ ਤੋਂ ਉੱਚੀ ਡਿਗਰੀ, ਹਾਈਐਸਟ, ਫੇਰ ਦੇਖੋ ਡਿਗਰੀ ਲੱਗੀ ਆ, ਹਾਈ, ਹਾਇਰ, ਹਾਈਐਸਟ, ਇਹ ਹੁੰਦੀ ਹੈ ਨਾ। ਹਾਈਐਸਟ ਡਿਗਰੀ ਪ੍ਰਾਪਤ ਕੀਤੀ ਉਹਨੇ ਪੜ੍ਹਾਈ ਦੀ, ਜਿਹੜੀ ਕਿ ਯੂਨੀਵਰਸਿਟੀ ਦੇ ਸਕਦੀ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਯੂਨੀਵਰਸਿਟੀ ਦੀ ਸਭ ਤੋਂ ਹਾਈਐਸਟ ਡਿਗਰੀ ਕਿਹੜੀ ਹੁੰਦੀ ਹੈ? PhD। ਉਹ ਪੜ੍ਹੀ ਹੈ ਜੀ ਕੁੜੀ ਉਹ। ਐਂਡ ਸ਼ੀ ਵਾਜ਼ ਬਲਾਈਂਡ, ਸ਼ੀ ਵਾਜ਼ ਡੈਫ, ਸ਼ੀ ਵਾਜ਼ ਡਮ। ਠੀਕ ਨਹੀਂ ਹੋਈ ਐਂਡ ਤੱਕ ਉਹ, till her death she was blind, deaf and dumb।
ਲੇਕਿਨ ਫਿਰ ਵੀ ਉਸ ਨੇ ਯੂਨੀਵਰਸਿਟੀਆਂ ਦੀਆਂ ਉੱਚੀਆਂ ਤੋਂ ਉੱਚੀਆਂ ਡਿਗਰੀਆਂ ਪੜ੍ਹ ਕੇ ਪ੍ਰਾਪਤ ਕੀਤੀਆਂ। earned a name as a distinguished writer of her day, ਉਸਨੇ ਆਪਣੀ ਇੱਕ ਪਛਾਣ ਬਣਾਈ। earned a name, ਇੱਕ ਨਾਮ ਆਪਣਾ ਬਣਾਇਆ। earn ਦਾ ਮਤਲਬ ਹੁੰਦਾ ਕਮਾਉਣਾ, ਨਾਮ ਕਮਾਇਆ ਉਸਨੇ। earn ਦਾ ਮਤਲਬ ਹੁੰਦਾ ਜੀ ਕਮਾਉਣਾ। ਆਪਾਂ ਕਹਿੰਦੇ ਨਾ earn money, ਪੈਸੇ ਕਮਾਉਣਾ। ਲੋਕੀ ਤਾਂ ਪੈਸੇ ਕਮਾਉਂਦੇ ਨੇ, ਇਹਨੇ ਕੀ ਕਰਿਆ? ਨਾਮ ਕਮਾਇਆ। earned a name ਕਿਵੇਂ? ਐਜ਼ ਅ ਡਿਸਟਿੰਗੁਇਸ਼ਡ ਰਾਈਟਰ, ਇੱਕ ਵਿਲੱਖਣ। ਡਿਸਟਿੰਗੁਇਸ਼ ਦਾ ਮਤਲਬ ਹੁੰਦਾ ਜਿਹੜਾ ਬਿਲਕੁਲ ਅਲੱਗ ਸ਼ਖਸੀਅਤ ਹੈ, ਕੋਈ ਵਿਲੱਖਣ ਸ਼ਖਸੀਅਤ ਬਣੀ ਉਹ ਆਪਣੇ ਸਮੇਂ ਦੀ। ਆਫ ਹਰ ਡੇ ਐਂਡ ਵਨ ਮੈਨੀ ਹਾਈ ਆਨਰਸ, ਅਤੇ ਬਹੁਤ ਹੀ ਉੱਚੇ ਉੱਚੇ ਮਾਣ ਪ੍ਰਾਪਤ ਕੀਤੇ। ਆਨਰਸ ਦਾ ਮਤਲਬ ਹੁੰਦਾ ਬੱਚੇ ਉਹ ਮਾਣ, ਉਸਨੇ ਮਾਣ ਪ੍ਰਾਪਤ ਕੀਤੇ। ਦੇਖੋ ਯੂਨੀਵਰਸਿਟੀ ਦੀ ਹਾਈਐਸਟ ਡਿਗਰੀ ਪ੍ਰਾਪਤ ਕੀਤੀ, ਆਪਣਾ ਨਾਮ ਕਮਾਇਆ, ਵੱਡੇ ਵੱਡੇ ਆਨਰ ਪ੍ਰਾਪਤ ਕੀਤੇ ਅਤੇ ਆਪਣੇ ਸਮੇਂ ਦੀ ਉਹ ਡਿਸਟਿੰਗੁਇਸ਼ਡ ਰਾਈਟਰ ਬਣੀ। ਕਿੰਨੀਆਂ ਹੀ ਬੁੱਕਸ ਲਿਖੀਆਂ ਉਸਨੇ। ਉਸ ਦਾ ਲਿਖਿਆ ਹੋਇਆ ਚੈਪਟਰ +2 ਕਲਾਸ ਨੂੰ ਦ ਸਟੋਰੀ ਆਫ ਮਾਈ ਲਾਈਫ ਮੈਂ ਪੜ੍ਹਾ ਰਹੇ ਹਾਂ, ਮੇਰੇ ਵਰਗੇ ਉਹ ਟੀਚਰ ਪੜ੍ਹਾ ਰਹੇ ਹੈ। +2 ਦੇ ਸਾਰੇ ਬੱਚੇ ਪੰਜਾਬ ਦੇ ਪੜ੍ਹ ਰਹੇ ਨੇ, ਇੰਡੀਆ ਦੇ ਸਾਰੇ ਬੱਚੇ ਪੜ੍ਹ ਰਹੇ ਨੇ, ਦੁਨੀਆ ਦੇ ਸਾਰੇ ਬੱਚੇ ਪੜ੍ਹ ਰਹੇ ਨੇ। ਉਸ ਦਾ ਲਿਖਿਆ ਹੋਇਆ ਚੈਪਟਰ। ਇਹਦਾ ਕੌਣ ਸੀ ਉਹ? ਬਲਾਈਂਡ, ਡੈਫ ਐਂਡ ਡੰਬ। ਅੱਗੇ ਕੁਐਸਚਨ ਹੈ, ਹਾਊ ਡਿਡ ਦਿਸ ਪਰਸਨ ਅਚੀਵ ਆਲ ਦਿਸ? ਕੁਐਸਚਨ ਹੈ ਜੀ, ਦੇਖੋ ਕਹਿੰਦੇ ਇਸ ਪਰਸਨ ਨੇ ਇਹ ਸਾਰੀਆਂ ਪ੍ਰਾਪਤੀਆਂ ਕਿਵੇਂ ਕੀਤੀਆਂ? ਹਾਊ? ਉਹ ਬਲਾਈਂਡ ਸੀ, ਉਹ ਡੈਫ ਸੀ, ਉਹ ਡੰਮ ਸੀ, ਕਿਵੇਂ ਇੰਨਾ ਪੜ੍ਹ ਲਿਖ ਗਈ, ਯੂਨੀਵਰਸਿਟੀ ਦੀ ਡਿਗਰੀ ਪ੍ਰਾਪਤ ਕਰ ਲਈ, ਰਾਈਟਰ ਬਣ ਗਈ, ਉਹਦੇ ਲਿਖੇ ਹੋਏ ਚੈਪਟਰ ਬੱਚਿਆਂ ਨੂੰ ਪੜ੍ਹਾਏ ਜਾ ਰਹੇ ਨੇ, ਕਿਵੇਂ ਹੋ ਗਿਆ ਇਹ ਸਾਰਾ ਕੁਝ? We learn about this miracle from the records that her teacher kept about her. ਕਹਿੰਦੇ ਸਾਨੂੰ ਇਸ ਅਜੂਬੇ, ਇਸ ਕ੍ਰਿਸ਼ਮੇ ਦਾ ਪਤਾ ਕਿਵੇਂ ਲੱਗਦਾ ਹੈ? ਰੈਕਰਡਸ, ਜਿਹਨੂੰ ਤੁਸੀਂ ਪੰਜਾਬੀ ਚ ਰਿਕਾਰਡ ਕਹਿੰਦੇ ਹੋ। ਕਹਿੰਦੇ ਇਹਨਾਂ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਜੋ ਉਸ ਦੇ ਟੀਚਰਸ ਨੇ ਉਸ ਦੇ ਬਾਰੇ ਸਾਂਭ ਕੇ ਰੱਖੇ ਹੋਏ ਸੀ। ਕੈਪਟ ਰੱਖੇ ਹੋਏ ਸੀ। ਤਾਂ ਉਹਨਾਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਲੜਕੀ ਇੰਨਾ ਕਿਵੇਂ ਪੜ੍ਹ ਲਿਖ ਗਈ, ਇੰਨੀ ਕਿਵੇਂ ਮਹਾਨ ਬਣ ਗਈ, ਇੰਨੀਆਂ ਵੱਡੀਆਂ ਡਿਗਰੀਆਂ ਇਸਨੇ ਕਿਵੇਂ ਪ੍ਰਾਪਤ ਕਰ ਲਈਆਂ। ਉਮੀਦ ਹੈ ਬੱਚਿਓ ਤੁਹਾਨੂੰ ਹੁਣ ਤੱਕ ਦੀ ਸਾਰੀ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਸਮਝ ਆ ਗਈ ਹੋਵੇਗੀ। ਅਸੀਂ ਇਸ ਐਕਸਪਲੇਨੇਸ਼ਨ ਨੂੰ ਕੰਟੀਨਿਊ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਮੈਂ ਇਸ ਤੋਂ ਅੱਗੇ ਦੀ ਐਕਸਪਲੇਨੇਸ਼ਨ ਤੁਹਾਡੇ ਨਾਲ ਡਿਸਕਸ ਕਰਾਂਗਾ। ਵੀਡੀਓ ਦੇ ਐਂਡ ਤੇ ਤੁਹਾਨੂੰ ਮੈਂ ਸਕਰੀਨ ਤੇ +1 ਕਲਾਸ ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਲਿੰਕਸ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਆਪਾਂ ਇਸੇ ਚੈਪਟਰ ਦੀ ਵੀਡੀਓ ਨੂੰ ਕੰਟੀਨਿਊ ਕਰਾਂਗੇ ਜੀ। ਧੰਨਵਾਦ।